सतनाम श्री वाहिगुरु साहिब जीओ। वेलावल महला नौमा। हार के नाम बिना दुख पावै, भगत बिना सहसा नह चुकै। गुर एह भेद बतावै रहाओ। कहाँ पयो तीरथ वर्त किए, राम शरण नहीं आवै। जोग जग निहपल तिह मानो, जो प्रभ जस बिसरावै। मान मोह दोनों को पर हर, गोविंद के गुण गावै। कहु नानक एह बिद को प्राणी, जीवन मुक्त कहावै। मान मोह दोनों को पार हर, गोविंद के गुण गावै। कहु नानक एह बिद को प्राणी, जीवन मुक्त कहावै। वाहिगुरु जी का खालसा, वाहिगुरु जी की फतेह। चवर छत्र तख्त दे मालक, वालिए कुल आलम दो जहां दे वाली, ऐसे परम कृपालु रहवर जिन्हां दी मुकद्दस गोद अंदर आप समूह हाजरीन संध्या दे दीवाना अंदर जुड़ बैठे हो। गुरदेव सतगुरु ने सुभागा समा बख्शिश किया है। चल रही लड़ीवार विचार पावन पवित्र बाणी धन धन गुरु तेग बहादुर पातशाह जी के मुखारबंद तो प्रगट होया एक शब्द। राग बिलावल दे अंदर पावन अंक 830 अते 31 के उपर सुभायमान है ये शब्द। गुरदेव सतगुरु अज दे इस पावन पवित्र शब्द के अंदर रहाओ दे बंद दे अंदर जो सानू उपदेश बख्शिश करते ने, कथा का आगाज़ जड़ा है वो रहाओ दे बंद तो आरंभ होवेगा। गुरदेव सतगुरु जी समझाउण दा सानू यतन करते ने। हर के नाम बिना दुख पावै, भगत बिना सहसा नह चुकै। गुर एह भेद बतावै रहाओ। मनुख संसार दे विच अपनी जिंदगी जिउंदियां होइयां अनेकां वारी वो दुख ते सुख का सामना करता है, पर उसकी जिंदगी दे विच आउण वाला जिहड़ा दुख है, जिहड़ियां मुसीबतां जिंदगी विच आउंदियां ने ना, मनुख उन्हां तो घबरा जाता है। कदे भी जिंदगी विच ये चाहुंदा नहीं भी वो कदे उहदी जिंदगी विच दुख आवे, कोई परेशानी कोई मुसीबत आवे जिहदा वो सामना करन दे योग नहीं। ते गुरदेव सतगुरु इस नूं समझाउंदे ने भी ये अज्ञानता के कारण तेरे नाल हो रहा भी। दुखों का कारण की है, क्यों दुख आउंदे ने? क्योंकि तू अज्ञानी होकर तुर रहा संसार विच, तेनू अपने आप का ज्ञान नहीं, अपने बाबत तू कुछ नहीं जानता। किस मनोरथ नूं लैके तू संसार दे विच आया तेनू ये नहीं पता। फिर पातशाह कहते ने बिना किसी मनोरथ तो संसार दे विच कोई मनुख विचरे ना। बगैर पते तो जेकर कोई चिट्ठी पोस्ट की जाए तो वह किसी टिकाने के उत्ते किसी मंजिल ते नहीं पहुँचती। कोई मुसाफिर बिना किसी मनोरथ नूं लैके किस थां दे उत्ते उन्हें पहुँचना है
ਉਹਨੇ ਇਹ ਧਾਰਨ ਨਹੀਂ ਕੀਤਾ, ਇਹ ਟੀਚਾ ਉਹਨੇ ਧਾਰਿਆ ਨਹੀਂ, ਤੇ ਫਿਰ ਉਹ ਸਫ਼ਰ ਕਰੀ ਜਾਵੇ ਤੇ ਉਹ ਕਿਸੇ ਥਾਂ ਵੀ ਪਹੁੰਚ ਨਹੀਂ ਸਕਦਾ, ਕੋਈ ਮੰਜ਼ਿਲ ਹੀ ਨਹੀਂ ਉਹਦੀ। ਤੇ ਪਾਤਸ਼ਾਹ ਕਹਿੰਦੇ ਨੇ ਫਿਰ ਬਿਨਾਂ ਕਿਸੇ ਮਨੋਰਥ ਤੋਂ ਸੰਸਾਰ ਦੇ ਵਿੱਚ ਵਿਚਰਨਾ ਇਹ ਫਿਰ ਦੁੱਖਾਂ ਦਾ ਕਾਰਨ ਹੀ ਬਣੇਗਾ, ਕਿਉਂਕਿ ਅਗਿਆਨਤਾ ਦੇ ਵਸ ਹੋਇਆ ਪ੍ਰਾਣੀ ਜਿਹੜਾ ਹੈ ਉਹ ਇੱਦਾਂ ਦੇ ਕਾਰਜ ਕਰਦਾ ਹੈ। ਤੇ ਗੁਰਦੇਵ ਸਤਿਗੁਰੂ ਨੇ ਥਾਂ ਥਾਂ 'ਤੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਸਾਧ ਸੰਗਤ ਜੀ, ਜਿਸ ਤਰ੍ਹਾਂ ਤੁਸੀਂ ਦੇਖੋ ਵੀ ਹਰ ਇੱਕ ਅਸੀਂ ਕੋਈ ਵਸਤੂ ਖਰੀਦੀਏ ਨਾ, ਉਹ ਵਸਤੂ ਨਵੀਂ ਆ ਸਾਡੇ ਵਾਸਤੇ, ਪਰ ਉਹਦੇ ਨਾਲ ਇੱਕ ਜਿਹੜੀ ਉਹ ਕੈਟਲੌਗ ਮਿਲਦੀ ਹੈ, ਉਹਦੇ ਨਾਲ ਇੱਕ ਕਿਤਾਬ ਮਿਲਦੀ ਹੈ ਜਿਸ ਦੇ ਵਿੱਚ ਉਹਦੇ ਬਾਬਤ ਸਭ ਕੁਝ ਦੱਸਿਆ ਹੁੰਦਾ ਹੈ। ਤੁਸੀਂ ਨਵਾਂ ਸੈੱਲ ਫੋਨ ਖਰੀਦੋ, ਉਹਦੇ ਬਾਬਤ ਵੀ ਲਿਖਿਆ ਹੋਵੇਗਾ, ਇੰਗਲਿਸ਼ ਵਿੱਚ, ਹਿੰਦੀ ਵਿੱਚ ਵੀ ਲਿਖਿਆ ਹੋਵੇਗਾ, ਅਨੇਕ ਭਾਸ਼ਾਵਾਂ ਵਿੱਚ ਵੀ, ਕਿੱਦਾਂ ਕਰਕੇ ਇਹਨੂੰ ਚਲਾਉਣਾ ਹੈ, ਕੀ ਇਹਦੇ ਆਪਸ਼ਨ ਨੇ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਮਨੁੱਖ ਸੁਖੀ ਰਹਿ ਸਕੇ, ਇਹਦੇ ਅਨੇਕਾਂ ਸਾਧਨ ਨੇ, ਇਹਦੇ ਅਨੇਕਾਂ ਯਤਨ ਕੀਤੇ ਜਾ ਸਕਦੇ ਨੇ। ਪਰ ਜੇਕਰ ਅਸੀਂ ਉਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰਾਂਗੇ, ਜੇਕਰ ਉਹਨਾਂ ਚੀਜ਼ਾਂ ਦਾ ਸਾਨੂੰ ਗਿਆਨ ਹੀ ਨਹੀਂ, ਕੋਈ ਅਣਜਾਣ ਮਨੁੱਖ ਗੱਡੀ ਚਲਾਉਣ ਲੱਗ ਜਾਵੇ ਤੇ ਉਹ ਕੀ ਕਰੇਗਾ? ਪਲਟਾ ਦੇਗਾ, ਐਕਸੀਡੈਂਟ ਕਰ ਦੇਗਾ। ਕਿਉਂ? ਕਿਉਂਕਿ ਉਹਨੂੰ ਗਿਆਨ ਨਹੀਂ ਕਿਸ ਰੈੱਡ ਬੱਤੀ ਦੇ ਉੱਤੇ ਰੁਕਣਾ ਹੈ, ਹਰੀ 'ਤੇ ਕਦੋਂ ਤੁਰਨਾ ਹੈ, ਉਹਨੂੰ ਗਿਆਨ ਨਹੀਂ ਕੋਈ। ਇਹ ਪਾਤਸ਼ਾਹ ਕਹਿੰਦੇ ਇਹ ਕੋਈ ਔਖਾ ਕੰਮ ਨਹੀਂ। ਜਦੋਂ ਤੁਸੀਂ ਸਿਗਨਲ ਤੋੜੋਗੇ ਬਗੈਰ ਕਿਸੇ ਗਿਆਨ ਤੋਂ, ਤੇ ਫਿਰ ਉਹਦਾ ਦੰਡ ਮਿਲੇਗਾ, ਫਿਰ ਤੁਸੀਂ ਦੁਖੀ ਹੋਵੋਗੇ, ਪਰੇਸ਼ਾਨ ਹੋਣਾ ਪਏਗਾ। ਆਸਾਨ ਜਿਹਾ ਤਰੀਕਾ ਹੈ ਵੀ ਅਗਿਆਨੀ ਨਾ ਬਣੋ, ਜਿਸ ਕਾਰਜ ਨੂੰ ਕਰਨਾ ਉਹਦਾ ਗਿਆਨ ਹਾਸਲ ਕਰ ਲਓ, ਕਿਸੇ ਕੋਲੋਂ ਪੁੱਛ ਲਓ, ਕਿਸੇ ਕੋਲੋਂ ਸਮਝ ਲਓ, ਉਹਦਾ ਗਿਆਨ ਲੈ ਕੇ ਫਿਰ ਰਸਤੇ ਦੇ ਉੱਤੇ ਤੁਰੋ, ਫਿਰ ਤੁਸੀਂ ਦੁਖੀ ਨਹੀਂ ਹੋਵੋਗੇ, ਸਿਗਨਲ ਤੁਸੀਂ ਨਹੀਂ ਤੋੜੋਗੇ, ਆਰਾਮ ਨਾਲ ਆਪਣੀ ਮੰਜ਼ਿਲ 'ਤੇ ਤੁਸੀਂ ਪਹੁੰਚ ਸਕਦੇ ਹੋ। ਤੇ ਪਾਤਸ਼ਾਹ ਕਹਿੰਦੇ ਇੱਥੇ ਕੀ ਵਾਪਰ ਰਿਹਾ ਹੈ? ਹਰ ਕੇ ਨਾਮ ਬਿਨਾ ਦੁੱਖ ਪਾਵੈ, ਵੀ ਪਰਮਾਤਮਾ ਦੀ ਬੰਦਗੀ ਤੋਂ ਬਗੈਰ, ਉਹਦੀ ਸਿਫਤ ਸਲਾਹ ਤੋਂ ਬਗੈਰ ਮਨੁੱਖ ਪ੍ਰਾਣੀ ਜਿਹੜਾ ਨਾ ਦੁਖੀ ਹੁੰਦਾ ਹੈ। ਹੁਣ ਸਾਧ ਸੰਗਤ ਜੀ, ਸਾਡੇ ਵਾਸਤੇ ਪਰਮਾਤਮਾ ਦਾ ਨਾਮ ਕੀ ਹੈ? ਦੇਖੋ, ਨਾਮ ਪਰਮਾਤਮਾ ਦਾ ਅਨੇਕਾਂ ਰੂਪਾਂ ਦੇ ਵਿੱਚ ਵਰਤਿਆ ਜਾਵੇਗਾ। ਜਿੱਥੇ ਨਾਮ ਦੀ ਅਸੀਂ ਗੱਲ ਕਰਾਂਗੇ, ਨਾਉਨ ਤੇ ਪ੍ਰਨਾਉਨ ਦੀ ਗੱਲ ਹੋਵੇਗੀ, ਉੱਥੇ ਨਾਮ ਸ਼ਬਦ ਕਿਸੇ ਵਸਤੂ ਵਾਸਤੇ ਵੀ ਵਰਤਿਆ ਜਾਵੇਗਾ, ਕਿਸੇ ਅਸਥਾਨ ਵਾਸਤੇ ਵਰਤਿਆ ਜਾਏਗਾ, ਕਿਸੇ ਵਸਤੂ ਵਾਸਤੇ ਵਰਤਿਆ ਜਾਏਗਾ, ਉਹ ਸਾਰੇ ਨਾਮ ਦੇ ਰੂਪ ਵਿੱਚ ਆਉਣਗੇ। ਪਰ ਗੁਰਬਾਣੀ ਦੇ ਵਿੱਚ ਨਾਮ ਜਿਹੜਾ ਹੈ ਸਾਨੂੰ ਪਰਮਾਤਮਾ ਦਾ ਬੋਧ ਕਰਾਉਂਦਾ, ਪਰਮਾਤਮਾ ਦਾ ਗਿਆਨ ਦਿਵਾਉਂਦਾ ਹੈ। ਪਰਮਾਤਮਾ ਕੋਈ ਵਸਤੂ ਨਹੀਂ ਵੀ ਉਹਨੂੰ ਹੱਥ ਲਾਇਆ ਜਾ ਸਕੇ, ਪਰਮਾਤਮਾ ਨੂੰ ਮਹਿਸੂਸ ਹੀ ਕੀਤਾ ਜਾ ਸਕਦਾ, ਉਹਦੇ ਗੁਣਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਿਆ ਜਾ ਸਕਦਾ ਹੈ, ਉਹਦੇ ਸਿਧਾਂਤਾਂ ਅਨੁਸਾਰ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਤੇ ਉਹ ਪਰਮਾਤਮਾ ਦਾ ਸਾਨੂੰ ਬੋਧ ਕਰਾਉਂਦੇ ਨੇ, ਗਿਆਨ ਕਰਾਉਂਦੇ ਨੇ ਵੀ ਪਰਮਾਤਮਾ ਕਿੱਦਾਂ ਦਾ ਹੈ, ਉਹਦੇ ਗੁਣਾਂ ਦੀ ਗੱਲ ਚੱਲਦੀ ਹੈ। ਤੇ ਪਾਤਸ਼ਾਹ ਕਹਿੰਦੇ ਨੇ ਜੇਕਰ ਕਿਸੇ ਮਨੁੱਖ ਦੀ ਜ਼ਿੰਦਗੀ ਵਿੱਚ ਗੁਣ ਨਹੀਂ ਨਾ, ਕਿਉਂਕਿ ਸੰਸਾਰ ਦੇ ਵਿੱਚ ਗੁਣਾਂ ਦੀ ਪੂਜਾ ਹੁੰਦੀ ਹੈ। ਕੋਈ ਮਨੁੱਖ ਜਿਹੜਾ ਹੈ ਇੱਕ ਨੀਵੇਂ ਅਸਥਾਨ ਤੋਂ ਲੈ ਕੇ, ਫਰਸ਼ਾਂ ਤੋਂ ਲੈ ਕੇ ਅਰਸ਼ਾਂ ਤੱਕ ਦਾ ਜਿਹੜਾ ਸਫ਼ਰ ਕਰਦਾ ਨਾ, ਤੇ ਕਾਰਨ ਕੀ ਉਹ ਇੰਨੀ ਉਚਾਈ ਦੇ ਉੱਪਰ ਪਹੁੰਚ ਗਿਆ? ਉਹਦਾ ਕਾਰਨ ਕੀ ਸੀ? ਉਹਦੇ ਕੋਲੇ ਗੁਣ ਸੀ। ਮੈਂ ਡਾਕਟਰ ਭੀਮ ਰਾਓ ਅੰਬੇਡਕਰ ਦੀ ਜੇਕਰ ਉਸ ਵਿਦਵਾਨ ਦੀ ਗੱਲ ਕਰਾਂ, ਕਹਿੰਦੇ ਵੀ ਉਹ ਉਹਨਾਂ ਸਮਿਆਂ ਦੇ ਵਿੱਚ ਜਿਸ ਵੇਲੇ ਨਾ ਜਾਤ ਪਾਤ ਬਿਰਾਦਰੀ ਦੀ ਗੱਲ ਚੱਲੀ, ਊਚ ਨੀਚਤਾ ਦੀ ਗੱਲ ਚੱਲੀ, ਵੀ ਜਿਹੜਾ ਨੀਵੇਂ ਪਰਿਵਾਰ ਦੇ ਵਿੱਚ, ਨੀਚ ਕੁਲ ਦੇ ਵਿੱਚ ਪੈਦਾ ਹੋ ਗਿਆ, ਉਹਨੂੰ ਤੇ ਪੜ੍ਹਨ ਲਿਖਣ ਦਾ ਹੁਕਮ ਹੀ ਕੋਈ ਨਹੀਂ, ਕਿਉਂਕਿ ਵਰਨ ਵਿਵਸਥਾ ਨੇ ਸਾਡੇ ਕਰਮ ਵੰਡੇ ਹੋਏ ਸਨ ਵੀ ਇੱਕ ਚਮਾਰ ਜਿਹੜਾ ਚੰਮ ਦਾ ਕੰਮ ਕਰਨ ਵਾਲਾ ਹੈ, ਉਹ ਚੰਮ ਦਾ ਹੀ ਕੰਮ ਕਰੇਗਾ। ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹ ਸ਼ੂਦਰ ਲੋਕ ਉਹ ਸਫਾਈ ਦਾ ਕੰਮ ਹੀ ਕਰਨਗੇ। ਛਤਰੀਆ ਕੁਲ ਦੇ ਲੋਕ ਜਿਹੜੇ ਹੋਣਗੇ ਆਪਣੇ ਆਪ ਨੂੰ ਉਚੇਰੇ ਸਮਝਣ ਵਾਲੇ, ਖੇਤੀ ਕਿਸਾਨੀ ਦਾ ਕੰਮ ਉਹ ਹੀ ਕਰਨਗੇ। ਤੇ ਬ੍ਰਾਹਮਣ ਜਿਹੜਾ ਸੀ ਉਹ ਆਪਣੇ ਆਪ ਨੂੰ ਗਿਆਨ ਦਾ, ਧਰਮ ਦਾ ਗਿਆਤਾ ਸਮਝਦਾ ਸੀ, ਕਹਿੰਦਾ ਮੇਰੇ ਤੋਂ ਇਲਾਵਾ ਕੋਈ ਇਹ ਕਾਰਜ ਨਹੀਂ ਕਰ ਸਕਦਾ। ਪਰ ਤੁਸੀਂ ਦੇਖੋ, ਮਾਫ਼ ਕਰਨਾ ਸਾਧ ਸੰਗਤ ਜੀ, ਉਸ ਵਿਦਵਾਨ ਨੇ ਕੀ ਕੀਤਾ? ਨੀਵੇਂ ਪਰਿਵਾਰ ਦੇ ਵਿੱਚ, ਨੀਵੀਂ ਜਾਤ ਬਰਾਦਰੀ ਵਰਨ ਵਿਵਸਥਾ ਵਿੱਚ ਉਹ ਪੈਦਾ ਹੋਇਆ, ਸਿਰਫ ਤੇ ਸਿਰਫ ਉਹਨੇ ਉਹਨਾਂ ਬੰਧਨਾਂ ਨੂੰ ਤੋੜ ਕੇ ਨਾ
ਗਿਆਨ ਹਾਸਲ ਕੀਤਾ। ਉਹ ਕਹਿੰਦਾ ਵੀ ਗਿਆਨ ਜਿਹੜਾ ਕਿਸੇ ਕਿੱਤੇ ਤੱਕ, ਕਿਸੇ ਖੇਤਰ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ। ਜਿੱਥੇ ਗਿਆਨ ਪਹੁੰਚ ਸਕਦਾ ਨਾ, ਜਿਹਦੇ ਕੋਲ ਗਿਆਨ ਆ ਗਿਆ, ਉਹ ਬੰਦਾ ਕਦੇ ਸੰਸਾਰ ਵਿੱਚ ਨੀਵਾਂ ਨਹੀਂ ਹੋਵੇਗਾ, ਗਿਆਨ ਉਹਨੂੰ ਉੱਚਾ ਕਰ ਦੇਗਾ। ਫਿਰ ਦੇਖੋ ਉਹਨੇ ਉਹ ਇਲਮ ਹਾਸਲ ਕੀਤਾ, ਉਹ ਤਾਲੀਮ ਹਾਸਲ ਕੀਤੀ, ਜਿਹਦੀ ਦੇਣ ਉਹਨੇ ਸਮੁੱਚੇ ਸਾਡੇ ਦੇਸ਼ ਨੂੰ ਜਿਹੜਾ ਹੈ ਉਹ ਕੌਂਸਟੀਟਿਊਸ਼ਨ ਬਣਾ ਕੇ ਦਿੱਤਾ। ਬੜੀ ਦੇਣ ਸੀ ਉਹਨਾਂ ਦੀ ਸਾਡੇ ਵਾਸਤੇ। ਇੱਕ ਮਿਸਾਲ ਹੈ ਵੀ ਗੁਣ ਜਿਹੜਾ ਹੈ, ਗੁਣਾਂ ਨੂੰ ਜੇਕਰ ਆਪਣੀ ਜ਼ਿੰਦਗੀ ਵਿੱਚ ਵਸਾਓਗੇ ਤਾਂ ਗੁਣ ਸਾਨੂੰ ਜਿਹੜਾ ਨਾ ਉਹ ਅਰਸ਼ਾਂ ਤੱਕ ਪਹੁੰਚਾ ਦੇਣਗੇ, ਉੱਚੀਆਂ ਬੁਲੰਦੀਆਂ ਤੱਕ ਪਹੁੰਚਾ ਦੇਣਗੇ, ਸਾਨੂੰ ਮਾਣ ਸਨਮਾਨ ਦਿਵਾ ਦੇਣਗੇ। ਅਤੇ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਦੇ ਅੰਦਰ ਗੁਣ ਨਹੀਂ ਨਾ, ਜਿੱਥੇ ਔਗੁਣੀ ਭਰੇ ਪਏ ਨੇ, ਪਾਤਸ਼ਾਹ ਕਹਿੰਦੇ ਫਿਰ ਉਹ ਮਨੁੱਖ ਪਰੇਸ਼ਾਨ ਨਾ ਹੋਵੇ ਤੇ ਹੋਰ ਕੀ ਹੋਵੇ ਉਹਦੇ ਕੋਲ। ਉਹਦੇ ਕੋਲੇ ਕ੍ਰੋਧ ਹੈ, ਕ੍ਰੋਧ ਉਹਦਾ ਲੜਾਈ ਝਗੜੇ ਕਰਾਏਗਾ, ਉਹਨੂੰ ਪਰੇਸ਼ਾਨ ਕਰਾਏਗਾ। ਲੋਭ ਜਿਹੜਾ ਹੈ ਚੋਰੀ ਚਕਾਰੀ ਠੱਗੀ ਕਰਵਾਏਗਾ, ਪਰੇਸ਼ਾਨੀਆਂ ਦਾ ਕਾਰਨ ਬਣੇਗਾ। ਅਹੰਕਾਰ ਜਿਹੜਾ ਹੈ ਪਰੇਸ਼ਾਨੀਆਂ ਦਾ ਮੂਲ ਕਾਰਨ ਬਣੇਗਾ। ਅਹੰਕਾਰ ਦੇ ਕਾਰਨ ਆਪਣਾ ਸਰੀਰ ਵੀ ਖਰਾਬ ਕਰੋਗੇ। ਅਤੇ ਪਾਤਸ਼ਾਹ ਕਹਿੰਦੇ ਫਿਰ ਔਗਣ ਜਿਹੜੇ, ਔਗਣਾਂ ਦੀ ਨਿਸ਼ਾਨੀ ਕੀ ਹੈ? ਮਨੁੱਖ ਦੇ ਅੰਦਰ ਫਿਰ ਗੁਣ ਨਹੀਂ ਰਹਿੰਦਾ, ਮਨੁੱਖ ਪਰਮਾਤਮਾ ਤੋਂ ਦੂਰ ਦੂਰ ਹੁੰਦਾ, ਦੂਰ ਚਲਿਆ ਜਾਂਦਾ ਹੈ। ਅਤੇ ਪਾਤਸ਼ਾਹ ਜਿੱਥੇ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ, ਵੀ ਗੁਣਾਂ ਤੋਂ ਬਗੈਰ ਤੇ ਪਰਮਾਤਮਾ ਦੀ ਬੰਦਗੀ ਹੋ ਵੀ ਨਹੀਂ ਸਕਦੀ, ਉਹਦੀ ਕੋਈ ਅਰਾਧਨਾ ਕਰ ਨਹੀਂ ਸਕਦਾ। ਗੁਣ ਹੋਣੇ ਸਾਡੇ ਸਰੀਰ ਵਿੱਚ ਜ਼ਰੂਰੀ ਨੇ। ਅਤੇ ਸਤਿਗੁਰ ਪਾਤਸ਼ਾਹ ਫਿਰ ਸਮਝਾਉਂਦੇ ਕਹਿੰਦੇ ਹਰ ਕੇ ਨਾਮ ਬਿਨਾ ਦੁੱਖ ਪਾਵੈ, ਵੀ ਜਿਹਦੇ ਕੋਲ ਗੁਣ ਨਹੀਂ ਨਾ, ਫਿਰ ਉਹ ਮਨੁੱਖ ਸਿਵਾਏ ਦੁੱਖਾਂ ਦੇ ਹੋਰ ਕੀ ਭੋਗੇਗਾ। ਅੱਗੇ ਫਿਰ ਪਾਤਸ਼ਾਹ ਜੀ ਦੱਸਦੇ ਨੇ, ਕਹਿੰਦੇ ਭਗਤ ਬਿਨਾ ਸੈਸਾ ਨਹਿ ਚੁਕੈ, ਗੁਰ ਇਹ ਭੇਦ ਬਤਾਵੈ। ਕਹਿੰਦੇ ਭਗਤ ਦਾ ਇੱਥੇ ਭਗਤ ਸ਼ਬਦ ਨੂੰ ਸਿਹਾਰੀ ਲੱਗੀ ਹੋਈ ਹੈ। ਵਿਆਕਰਣ ਦੇ ਅਨੁਸਾਰ ਇਹਦਾ ਅਰਥ ਜਿਹੜਾ ਇੱਥੇ ਹੋਵੇਗਾ ਉਹ ਹੋਵੇਗਾ ਭਗਤੀ ਕਰਨ ਦੇ ਨਾਲ। ਅਤੇ ਪਾਤਸ਼ਾਹ ਕਹਿੰਦੇ ਪਰਮਾਤਮਾ ਦੀ ਬੰਦਗੀ, ਉਹਦੀ ਸਿਫਤ ਸਲਾਹ ਜੇਕਰ ਕਿਸੇ ਨੇ ਨਹੀਂ ਨਾ ਕੀਤੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਸਹਿਸਾ ਹੈ, ਜਿਹੜਾ ਭਰਮ ਤੁਹਾਡੀ ਜ਼ਿੰਦਗੀ ਵਿੱਚ ਪੈਦਾ ਹੋ ਗਿਆ, ਉਹ ਕਦੇ ਖਤਮ ਨਹੀਂ ਹੋ ਸਕਦਾ, ਉਹ ਟੋਟਾ ਕਦੇ ਪੂਰਾ ਨਹੀਂ ਹੋ ਸਕਦਾ ਜੇਕਰ ਤੁਸੀਂ ਉਹਦੀ ਬੰਦਗੀ ਨਹੀਂ ਕੀਤੀ। ਹੁਣ ਸਾਧ ਸੰਗਤ ਜੀ, ਭਗਤ ਕਿੱਦਾਂ ਦਾ ਹੋਵੇ? ਜਿਸ ਭਗਤ ਨੇ ਪਰਮਾਤਮਾ ਦੀ ਬੰਦਗੀ ਕਰਨੀ ਹੈ, ਉਹ ਮਨੁੱਖ ਕਿੱਦਾਂ ਦਾ ਹੋਵੇ, ਉਹਦਾ ਜੀਵਨ ਕਿੱਦਾਂ ਦਾ ਹੋਵੇ? ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾਂ ਤਾਂ ਉਹਦਾ ਗੁਣ ਗੁਰੂ ਸਾਹਿਬ ਦੱਸਣਾ ਚਾਹੁੰਦੇ ਨੇ ਸਾਨੂੰ। ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਪਰਮਾਤਮਾ ਦਾ ਜਿਹੜਾ ਭਗਤ ਹੈ, ਉਹਦਾ ਜਨ ਜਿਹੜਾ ਹੈ, ਉਹਦਾ ਸੇਵਕ ਜਿਹੜਾ ਕਿੱਦਾਂ ਦਾ ਹੋਵੇ? ਕਹਿੰਦੇ ਜਿੱਦਾਂ ਦਾ ਰੱਬ ਆਪ ਹੈ ਨਾ, ਜਿੱਦਾਂ ਦਾ ਰੱਬ ਆਪ ਹੈ, ਉਹਦਾ ਜਨ, ਉਹਦਾ ਸੇਵਕ ਵੀ ਉਹਦੇ ਵਰਗਾ ਹੀ ਹੋਣਾ ਚਾਹੀਦਾ ਆ। ਰੱਬ ਵਰਗੇ ਗੁਣ ਉਹਦੇ ਵਿੱਚ ਹੋਣੇ ਚਾਹੀਦੇ, ਕਿਉਂਕਿ ਅਸੀਂ ਰੱਬ ਦੇ ਜਿਹੜੇ ਗੁਣ ਗੁਣਦੇ ਆ ਨਾ, ਉਹ ਦਇਆਲੂ ਹੈ, ਉਹ ਕਿਰਪਾਲੂ ਹੈ, ਉਹ ਨੀ ਆਸਰਿਆਂ ਦਾ ਆਸਰਾ ਹੈ, ਨੀ ਓਟਿਆਂ ਦੀ ਓਟ ਹੈ, ਨੀਚਾਂ ਨੂੰ ਊਚ ਕਰਨ ਵਾਲਾ ਹੈ, ਪਤਿਤ ਨੂੰ ਪਾਵਨ ਕਰਨ ਵਾਲਾ। ਅਤੇ ਪਾਤਸ਼ਾਹ ਕਹਿੰਦੇ ਉਹਦਾ ਸੇਵਕ ਵੀ ਇੱਦਾਂ ਦਾ ਹੋਵੇ, ਇੰਨੇ ਗੁਣ ਉਹਦੇ ਵਿੱਚ ਵੀ ਭਰੇ ਹੋਣ। ਅਤੇ ਪਾਤਸ਼ਾਹ ਇੱਕ ਥਾਂ 'ਤੇ ਫਿਰ ਭਗਤ ਦੇ ਲੱਛਣ ਹੋਰ ਬਿਆਨ ਕਰਕੇ ਦੱਸਦੇ ਸਾਨੂੰ। ਕਹਿੰਦੇ ਮਤ ਹੁੰਦੀ ਹੋਏ ਇਹ ਆਣਾ, ਕਹਿੰਦੇ ਇਹ ਭਗਤ ਦੇ ਗੁਣ ਹੈ। ਇੱਦਾਂ ਦਾ ਮਨੁੱਖ ਭਗਤ ਹੋ ਸਕਦਾ ਪਰਮਾਤਮਾ ਦਾ? ਹੁਣ ਦੇਖੋ ਉਹਦੀ ਆਈਡੈਂਟੀਟੀ ਜਿਹੜੀ ਆ, ਉਹਦੇ ਗੁਣ ਜਿਹੜੇ ਨੇ ਪਾਤਸ਼ਾਹ ਇੱਥੇ ਦੱਸਦੇ ਸਾਨੂੰ। ਕਹਿੰਦੇ ਮਤ ਹੁੰਦੀ ਹੋਏ ਇਹ ਆਣਾ, ਕਿਸੇ ਮਨੁੱਖ ਦੇ ਕੋਲੇ ਅਥਾਹ ਗਿਆਨ ਹੋਵੇ, ਗਿਆਨ ਦੇ ਭੰਡਾਰੇ ਹੋਣ, ਲੋਕੀ ਉਹਦੇ ਕੋਲੇ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਫੈਸਲੇ ਕਰਵਾਉਣ ਵਾਸਤੇ, ਗਿਆਨ ਲੈਣ ਵਾਸਤੇ, ਉਹਦੇ ਕੋਲੋਂ ਸੋਝੀ ਲੈਣ ਵਾਸਤੇ ਉਹਦੇ ਕੋਲ ਆਉਣ। ਪਰ ਪਾਤਸ਼ਾਹ ਕਹਿੰਦੇ ਨੇ ਮਤ ਹੁੰਦੀ ਹੋਏ ਇਹ ਆਣਾ। ਇਹ ਆਣਾ ਕਹਿੰਦੇ ਨੇ ਅਣਜਾਣ। ਹੁਣ ਸਾਧ ਸੰਗਤ ਜੀ, ਕਿਸੇ ਨੂੰ ਮੇਰੇ ਵਰਗੇ ਨੂੰ ਗਿਆਨ ਹੋ ਜਾਵੇ, ਜੇਕਰ 4 ਕਿਤਾਬਾਂ ਦਾ ਗਿਆਨ ਹੋਵੇ, ਉਹ ਆਮ ਦੂਸਰੇ ਬੰਦਿਆਂ ਵਿੱਚ ਇਹ ਗੱਲ ਕਰਦਾ, ਕਹਿੰਦਾ ਤੁਹਾਨੂੰ ਕੀ ਪਤਾ? ਇੱਦਾਂ ਦੇ ਬੜੇ ਲੋਕ ਤੁਸੀਂ ਸੁਣੇ ਹੋਣਗੇ ਜਿਹੜੇ 4 ਬੰਦਿਆਂ ਵਿੱਚ ਬੈਠ ਕੇ ਇਹ ਗੱਲ ਕਹਿਣਗੇ, ਤੁਹਾਨੂੰ ਕੀ ਪਤਾ? ਮੈਂ ਬੜੀਆਂ ਕਿਤਾਬਾਂ ਪੜ੍ਹੀਆਂ ਨੇ, ਮੈਂ ਪੜ੍ਹਾਈ ਬੜੀ ਕੀਤੀ ਹੈ, ਮੇਰੇ ਨਾਮ ਦੇ ਨਾਲ ਡਾਕਟਰੇਟ ਲੱਗਦਾ ਹੈ, ਮੈਂ ਤਾਂ ਬੜਾ ਗਿਆਨਵਾਨ ਹਾਂ,
मेरी जिंदगी का तजर्बा बड़ा है, जिन्नी तुहाडी उम्र है इन्ना मेरा तजर्बा है। इदां दियां गल्लां करनगे, इहदा मतलब है उहदी हौमे जिहड़ी है ना वो झलक रही है। वो अपने ज्ञान, उहदे कोल ज्ञान कुछ भी नहीं, वो सिर्फ तो सिर्फ अपनी हौमे लैके संसार विच घुमदा है। ते पातशाह कहंदे ने जेकर इदां दा कोई मनुख होवे जिहदे लक्षण इत्थे पातशाह बयान करदे, कहंदे मत होंदी होए इयाणा, भी ज्ञान उहदे कोल अथाह दा होवे फिर भी वो इयाणा अनजान बन के रवे, कदे किसी नूं इस गल का ताना ना दवे, कदे किसी दे उत्ते वो इदां दा बोझ ना बने भी मैनू बड़ा ज्ञान है, मैं बड़ा सूझवान है। ज्ञानवान हो के भी लोगों को कहे हाँ जी जिद्दां तुसीं कहंदे हो ना तुहाडी गल मनण योग है। इदां दे मनुख ते संसार विच किते विरले मिलणगे जिहड़े अपने आप नूं, अपनी कमाई नूं, अपने अहुदियां नूं छुपाउंदे फिरदे हुण संसार दे विच भी असीं ते कुछ भी नहीं हैगे। ते पातशाह उहदी गल करदे मत हुंदी होए इयाणा, ताण हुंदे होए निताणा। कहंदे किसे दे कोले ताण बल होवे, बड़ी ताकत होवे, बड़ी समर्था होवे, बड़ी ओदी पहुँच होवे, सरकारी दरबारे बड़े बड़े अहुदे दे उत्ते वो मनुख बैठा होवे ते फिर भी अपने आप नूं की समझे, निताणा समझे। वो अपने आप नूं निताणा समझदा होवे भी मेरे कोले कोई ताण ही नहीं, मेरे कोल कोई बल ही नहीं। हुण साध संगत जी इदां दे लोग तुसीं वेखे होणगे ना भी जिहड़े पुलिस डिपार्टमेंट विच भर्ती हो जाते हैं, उन्हां दे मोढियां दे उत्ते वो बैच जिहड़े ने पुलिस दे IPS अफसर दे वो लग जाते, वड्डे वड्डे अहुदियां ते वो बैठ जाते, फिर वो अपने अहुदे का दुरुपयोग किस तरह करते, वो लोगों के कोल किस तरह दुरुपयोग करते। सानू जानता नहीं कौन है मैं, तुम जानता नहीं मैं कौन, मैं किस अहुदे के उत्ते बैठा, मेरी पावर कितनी है। इस तरह के लोग जिहड़े होणगे ते सतगुरु पातशाह कहंदे अपनी पावर, अपनी समर्था का, अपनी ताकत का दुरुपयोग करना, लोगों को अपनी समर्था तो डराउणा, अपने बल के नाल लोगों को डराउणा। पातशाह कहंदे इदां दे लोग भगत नहीं हो सकते। भगत वो हो सकता जिहदे कोले बल भी अथाह दा होवे, समर्था भी अथाह दी होवे, उहदी बड़ी पहुँच होवे लोकां दे विच, उहदे एक बोल दे नाल काम हो जांदे होण। इदां दी ताकत रखण वाला वो मनुख जिहड़ा ना अपने आप नूं निताणा समझे भी नहीं मेरे कोल ते है ही कुछ भी नहीं। कई इदां दे जन तुसीं देखे होणगे, वो आम समाज दे विच सेवा करदिआं, सोशल सर्विस करदिआं लोकां दी बड़ी सेवा करते हैं, बड़ी सेवा करते हैं, बड़ा दान पुण्य इत्याद करते हैं, गरीब बच्चों के पढ़ाई दे विच बड़ा खर्च करते हैं, एजुकेशन के उत्ते बड़ा खर्च करते हैं। फिर भी कदे वो किसी नूं बोल के ये गल नहीं कहते भी मैं ये काम किया, अपने आप नूं छुपा के रखते हैं भी नहीं मैं करने वाला कुछ भी नहीं, जो मैं किया वो परमात्मा ने कराया। इदां दे लोग भी होणगे। ते पातशाह कहंदे तीसरा गुण बयान करते, कहंदे अणहोंदा आप वंडाए। कहंदे अपने कोल कुछ भी नहीं फिर भी लोकां दे विच वंड के खावे। अणहोंदा आप वंडाए, इदां दे भी लोग तुहानूं मिल जाणगे। जिस वेले धन गुरु नानक देव पातशाह जी सुमेर पर्बत ते गए ना, जाके सिद्धां नाल जिस वेले विचार चर्चा गोष्ठी कीती ते सिद्धां ने पहला बड़ी विचार चर्चा उन्हां नाल कीती, गल्लां बातां बड़ियां होईयां। अखीर विच सिद्धां ने गुरु नानक देव पातशाह नूं परखण दी जुगत सोची। उन्हां की कीता, विद्वान लिखते हैं भी ये घटना नानक मते दी है। उन्हां की कीता भी कहंदे एक तिल जिहड़ा ना तिल लिआंदा, तिल का एक दाणा लिया के ते गुरु नानक देव पातशाह जी के हत्थ के उत्ते रखिया ते कहंदे इत्थे जिन्ने सिद्ध जिन्ने लोग असीं इकट्ठे आ ना, इस तिल के दाणे नूं सारिਆਂ विच वंड के छकाओ, सारिਆਂ नाल रल मिल के वंड के इहनूं छकाओ। ते पातशाह ने की कीता, एक कुठारी दे विच एक भांडे दे विच उह तिल नूं पाया ते उहनूं थोड़ा रगड़ के कुटिया, उहदे विच पानी पाया, पानी नूं उहदे विच मिला दिता ते सतगुरु पातशाह ने वो पानी जिहड़ा है तिल दे विच मिलिया होया चमचा चमचा सारिਆਂ नूं वंड दिता। पातशाह कहंदे जेकर मनुख की नीयत साफ होवे ना तो किसी भी चीज़ नूं चाहे थोड़ी तो थोड़ी चीज़ होवे, जेकर नीयत तुहाडी साफ है, नीयत तुहाडी रास है ना,
ਤੁਸੀਂ ਉਹਨੂੰ ਵੰਡ ਕੇ ਖਾ ਸਕਦੇ ਹੋ, ਉਹਨੂੰ ਵੰਡ ਕੇ ਛਕ ਸਕਦੇ ਹੋ। ਛੋਟੀ ਤੋਂ ਛੋਟੀ ਵਸਤੂ ਉਹ ਤਿਲ ਦਾ ਦਾਣਾ ਵੀ ਵੰਡਿਆ ਜਾ ਸਕਦਾ ਹੈ। ਤੇ ਪਾਤਸ਼ਾਹ ਇੱਥੇ ਫਿਰ ਜਿਹੜਾ ਗੁਣ ਬਿਆਨ ਕਰਦੇ ਉਹ ਕੀ ਸੀ? ਅਣਹੋਂਦਾ ਆਪ ਵੰਡਾਏ। ਜੋ ਕੁਛ ਆਪਣੇ ਕੋਲ ਹੈ ਨਾ ਉਹ ਵੀ ਲੋਕਾਂ ਦੇ ਵਿੱਚ ਵੰਡ ਕੇ ਖਾਵੇ। ਤੇ ਸਾਧ ਸੰਗਤ ਜੀ, ਸਿੱਖ ਧਰਮ ਦਾ ਤੇ ਸਿਧਾਂਤ ਹੀ ਇਹ ਹੈ ਵੀ ਜਿਸ ਵੇਲੇ ਸਿੱਖ ਨਾ ਜੰਗਲਾਂ ਦੇ ਵਿੱਚ ਵਸਦੇ ਸੀ ਨਾ, ਆਪਣੇ ਖਾਣ ਵਾਸਤੇ ਕੁਝ ਵੀ ਨਹੀਂ ਸੀ, ਪੱਤਾ ਪੱਤਾ ਦਾ ਸਿੰਘਾਂ ਦਾ ਵੈਰੀ ਹੋ ਚੁੱਕਿਆ ਸੀ। ਜ਼ਕਰੀਆ ਖਾਨ ਦੇ ਸਮੇਂ ਦੇ ਵਿੱਚ ਬੀਕਾਨੇਰ ਦੇ ਉਹਨਾਂ ਜੰਗਲਾਂ ਵਿੱਚ ਸਿੱਖ ਲੁਕੇ ਹੋਏ ਸਨ। ਉਸ ਵੇਲੇ ਸਿੱਖਾਂ ਦੀ ਵਡਿਆਈ ਇਹ ਸੀ, ਕਹਿੰਦੇ ਵੀ ਸ਼ਾਮ ਨੂੰ ਜਿਸ ਵੇਲੇ ਜੋ ਵੀ ਉਹਨਾਂ ਕੋਲ ਪ੍ਰਸ਼ਾਦਾ ਹੁੰਦਾ ਸੀ ਜਿਹੜਾ ਬਣਾਉਂਦੇ ਸੀ ਨਾ, ਉਹ ਪ੍ਰਸ਼ਾਦਾ ਤਿਆਰ ਕਰਕੇ ਤੇ ਫਿਰ ਕਹਿੰਦੇ ਛਕਦੇ ਨਹੀਂ ਸੀ। ਪ੍ਰਸ਼ਾਦਾ ਤਿਆਰ ਕਰਕੇ ਤੇ ਫਿਰ ਬਾਹਰ ਆਵਾਜ਼ਾਂ ਦਿੱਤਾ ਜਾਂਦਾ ਸੀ ਵੀ ਜੇਕਰ ਕੋਈ ਦੁਸ਼ਮਣ, ਕੋਈ ਮੁਸਾਫਿਰ, ਕੋਈ ਰਾਹਗੀਰ ਇੱਥੋਂ ਲੰਘਦਾ ਸਾਡੀ ਆਵਾਜ਼ ਸੁਣਦਾ ਹੋਵੇ, ਸਿੱਖਾਂ ਦਾ ਲੰਗਰ ਤਿਆਰ ਹੈ, ਉਹ ਆ ਕੇ ਲੰਗਰ ਛਕ ਕੇ ਜਾਵੇ। ਚਾਹੇ ਸਾਡਾ ਦੁਸ਼ਮਣ ਹੀ ਕਿਉਂ ਨਾ ਹੋਵੇ, ਜਿਹਦੇ ਨਾਲ ਦਿਨ ਵਿੱਚ ਜੰਗ ਕੀਤਾ ਨਾ, ਚਾਹੇ ਉਹ ਵੀ ਕਿਉਂ ਨਾ ਹੋਵੇ, ਪ੍ਰਸ਼ਾਦਾ ਗੁਰੂ ਕੇ ਲੰਗਰ ਦੇ ਵਿੱਚ ਤਿਆਰ, ਉਹ ਛਕ ਕੇ ਜਾਵੇ। ਇੱਦਾਂ ਦੇ ਸਿਧਾਂਤ ਸੀ ਸਿੱਖਾਂ ਦੇ। ਪਾਤਸ਼ਾਹ ਕਹਿੰਦੇ ਕੀ ਨਹੀਂ ਵੰਡਿਆ ਜਾ ਸਕਦਾ? ਜੇਕਰ ਨੀਅਤ ਰਾਸ ਹੋਵੇ ਨਾ, ਸਭ ਕੁਝ ਵੰਡਿਆ ਜਾ ਸਕਦਾ ਹੈ। ਤੇ ਪਾਤਸ਼ਾਹ ਅਖੀਰੀ ਕਹਿੰਦੇ ਕੋ ਐਸਾ ਭਗਤ ਸਦਾਏ, ਵੀ ਇੱਦਾਂ ਦੇ ਮਨੁੱਖ ਜਿਹਦੇ ਵਿੱਚ ਇੱਦਾਂ ਦੇ ਗੁਣ ਹੋਣ ਨਾ, ਉਹ ਅਸਲ ਪਰਮਾਤਮਾ ਦਾ ਭਗਤ ਹੋਇਆ ਕਰਦਾ। ਤੇ ਪਾਤਸ਼ਾਹ ਕਹਿੰਦੇ ਇਹ ਭਗਤ ਦੀ ਨਿਸ਼ਾਨੀ ਹੈ, ਜਿਹਨੂੰ ਸਤਿਗੁਰੂ ਪਾਤਸ਼ਾਹ ਬਿਆਨ ਕਰਦੇ ਨੇ। ਕਹਿੰਦੇ ਭਗਤ ਬਿਨਾ ਸੈਸਾ ਨਹਿ ਚੁਕੈ, ਗੁਰ ਇਹ ਭੇਦ ਬਤਾਵੈ। ਵੀ ਭਗਤੀ ਤੋਂ ਬਗੈਰ, ਉਹਦੀ ਉਸਤਤ ਤੋਂ ਬਗੈਰ, ਉਹਦੀ ਬੰਦਗੀ ਤੋਂ ਬਗੈਰ ਤੇਰੇ ਮਨ ਦਾ ਜਿਹੜਾ ਸਹਿਮ ਹੈ ਨਾ, ਇਹ ਕਦੇ ਵੀ ਦੂਰ ਨਹੀਂ ਹੋ ਸਕਦਾ। ਗੁਰੂ ਸਾਹਿਬ ਇਹ ਸਾਨੂੰ ਭੇਦ ਦੀ ਗੱਲ, ਰਾਜ ਦੀ ਗੱਲ ਸਾਨੂੰ ਦੱਸਦੇ ਪਏ ਨੇ। ਅੱਗੇ ਪਾਤਸ਼ਾਹ ਕਹਿੰਦੇ ਕਹਾਂ ਪਇਓ ਤੀਰਥ ਵਰਤ ਕੀਏ, ਰਾਮ ਸਰਨ ਨਹੀਂ ਆਵੈ। ਕਹਿੰਦੇ ਕਹਾਂ ਪਇਓ, ਕੀ ਹੋਇਆ ਜੇਕਰ ਕਿਸੇ ਮਨੁੱਖ ਨੇ ਤੀਰਥਾਂ ਦੇ ਉੱਤੇ ਜਾ ਕੇ ਭ੍ਰਮਣ ਕੀਤਾ ਹੋਵੇ। ਤੀਰਥਾਂ 'ਤੇ 68 ਤੀਰਥ ਨੇ ਹਿੰਦੁਸਤਾਨ ਦੀ ਧਰਤੀ 'ਤੇ, ਉਹ 68 ਤੀਰਥਾਂ 'ਤੇ ਗਿਆ ਹੋਵੇ, ਉਹਨੇ ਤਰ੍ਹਾਂ ਤਰ੍ਹਾਂ ਦੇ ਵਰਤ ਰੱਖੇ ਹੋਣ। ਇਹ ਧਾਰਮਿਕ ਕਰਮ ਨੇ, ਜਿਨ੍ਹਾਂ ਨੂੰ ਅਸੀਂ ਕਰਮ ਕਾਂਡ ਵੀ ਕਹਿੰਦੇ ਹਾਂ। ਪਾਤਸ਼ਾਹ ਕਹਿੰਦੇ ਇਹ ਉਹਨਾਂ